ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 5 ਦਸੰਬਰ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰਸ ਸੈਸ਼ਨ ਦੇ ਨਾਲ। ਕਰੰਟ ਅਫੇਅਰਸ ਸੈਸ਼ਨ ਜੋ ਕਿ ਇੰਪੋਰਟੈਂਟ ਰਹੇਗਾ डिफरेंट एग्जाम्स, पंजाब पटवारी, PPSC, PCS, SSC, CGL, CHSL और बैंकिंग एग्जाम्स के लिए ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ ਕਾਈਂਡਲੀ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, WhatsApp, Telegram, Facebook, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ IBPS, RRB, JEE पंजाब, पंजाब पुलिस, SI और पटवारी ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਬੈਚਿਸ ਦੇ ਵਿੱਚ ਅਗਰ ਤੁਸੀਂ ਐਨਰੋਲ ਕਰਵਾਉਣਾ ਚਾਹੁੰਦੇ ਹੋ ਤਾਂ ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ। ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਅਵੇਲ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਐਪਲੀਕੇਸ਼ਨ ਜਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਦੇ ਹਾਂ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ, ਉਹਨਾਂ ਦੀ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ। ਅੱਜ ਦੀ ਜਿਹੜੀ ਸੈਸ਼ਨ ਹੋਏਗਾ ਜ਼ਿਆਦਾ ਇੰਪੋਰਟੈਂਟ ਰਹੇਗਾ ਕਿਉਂਕਿ ਅੱਜ ਦੀ ਜਿਹੜੀ ਜਿੰਨੀ ਵੀ ਨਿਊਜ਼ ਨੇ ਆਪਣੀ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨਿਊਜ਼ ਐਸੀਆਂ ਨੇ ਜੋ ਕਾफ़ੀ ਜ਼ਿਆਦਾ ਇੰਪੋਰਟੈਂਟ ਨੇ ਔਰ ਲੈਂਥੀ ਨੇ। ਬੇਸਿਕਲੀ ਵਨ ਲਾਈਨਰ ਨਹੀਂ ਹੈ, ਕਾफ़ੀ ਜ਼ਿਆਦਾ ਲੈਂਥੀ ਨਿਊਜ਼ ਨੇ ਔਰ ਇਸੇ ਤਰੀਕੇ ਨਾਲ ਉਹਨਾਂ ਦੇ ਵਿੱਚ ਕਾफ़ੀ ਜ਼ਿਆਦਾ ਫੈਕਟਸ ਨੇ ਔਰ ਕਿਤੇ ਨਾ ਕਿਤੇ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਬਣਨਗੇ। ਠੀਕ ਹੈ, ਕੋਈ ਵੀ ਫੈਕਟ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ, ਇਸ ਕਰਕੇ ਉਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਹੈ 3 ਦਸੰਬਰ, ਇੰਟਰਨੈਸ਼ਨਲ ਡੇ ਆਫ ਪਰਸਨ ਵਿਦ ਡਿਸੇਬਿਲਿਟੀਜ਼। ਇੰਟਰਨੈਸ਼ਨਲ ਡੇ ਆਫ ਪਰਸਨ ਵਿਦ ਡਿਸੇਬਿਲਿਟੀਜ਼ ਓਬਜ਼ਰਵ ਕੀਤਾ ਗਿਆ 3 ਦਸੰਬਰ। ਵਿਰਾਟ ਕੋਹਲੀ ਫਾਸਟੈਸਟ ਕ੍ਰਿਕਟਰ ਬਣੇ ਨੇ 12,000 ODI ਰਨਸ ਬਣਾਉਣ ਵਾਲੇ ਇਨ 242 ਇਨਿੰਗਸ ਦੇ ਵਿੱਚ। ਇਹਨਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ 300 ਇਨਿੰਗਸ ਦਾ, ਜਾਂ ਰਿੱਕੀ ਪੌਂਟਿੰਗ ਦੀ ਗੱਲ ਕਰਦੇ ਹਾਂ, ਇਹਨਾਂ ਦਾ ਰਿਕਾਰਡ ਸੀਗਾ 314 ਇਨਿੰਗਸ ਦਾ। ਠੀਕ ਹੈ ਜੀ, ਇਸੀ ਦੇ ਨਾਲ ਇਹ ਫਾਸਟੈਸਟ ਕ੍ਰਿਕਟਰ ਵੀ ਬਣੇ ਸੀ 22,000 ਇੰਟਰਨੈਸ਼ਨਲ ਰਨਸ ਬਣਾਉਣ ਵਾਲੇ ਇਨ 462 ਇਨਿੰਗਸ ਦੇ ਵਿੱਚ, ਇਨ 462 ਇਨਿੰਗਸ। ਨੈਕਸਟ ਹੈ ਹਾਰਦਿਕ ਪਾਂਡਿਆ ਫਾਸਟੈਸਟ ਇੰਡੀਅਨ ਕ੍ਰਿਕਟਰ ਬਣੇ ਨੇ। ਇਹ ਇੰਡੀਅਨ ਬਣੇ ਨੇ, ਇਹ ਓਵਰਆਲ ਬਣੇ ਸੀ। ਹਾਰਦਿਕ ਪਾਂਡਿਆ ਇੰਡੀਅਨ ਕ੍ਰਿਕਟਰ ਬਣੇ ਨੇ 1000 ਰਨਸ ਬਣਾਉਣ ਵਾਲੇ ODI ਦੇ ਵਿੱਚ, ਵਨ ਡੇ ਇੰਟਰਨੈਸ਼ਨਲ ਦੇ ਵਿੱਚ 1000 ਰਨਸ ਇਨ 857 ਡਿਲੀਵਰੀਜ਼ ਆਫਟਰ ਬ੍ਰੇਕਿੰਗ ਦਾ ਰਿਕਾਰਡ ਆਫ ਕੇਦਾਰ ਯਾਦਵ ਦਾ ਰਿਕਾਰਡ ਤੋੜਿਆ ਆਫ 937 ਡਿਲੀਵਰੀਜ਼। ਅਗਰ ਓਵਰਆਲ ਦੀ ਗੱਲ ਕਰਦੇ ਹਾਂ ਤਾਂ ਇਹ ਰਿਕਾਰਡ ਐਂਡਰੇ ਰੂਸਲ ਦੇ ਨਾਮ ਹੈ, ਜੋ ਕਿ ਵੈਸਟ ਇੰਡੀਜ਼ ਦੇ ਪਲੇਅਰ ਨੇ, ਤੇ 787 ਬੋਲਸ ਦੇ ਨਾਲ ਇਹਨਾਂ ਦਾ ਰਿਕਾਰਡ ਹੈ। ਨੈਕਸਟ ਹੈ ADB, ਏਸ਼ੀਅਨ ਡਿਵੈਲਪਮੈਂਟ ਬੈਂਕ ਦੁਆਰਾ MOU ਸਾਈਨ ਕੀਤਾ ਗਿਆ ਇੰਡੀਅਨ ਗਵਰਨਮੈਂਟ ਦੇ ਨਾਲ 50 ਮਿਲੀਅਨ ਦੇ ਲੋਨ ਦੇ ਲਈ ਐਗਰੀਮੈਂਟ ਸਾਈਨ ਕੀਤਾ ਗਿਆ ਵੈਸਟ ਬੰਗਾਲ ਦੀ ਡਿਜੀਟਲ ਪਲੇਟਫਾਰਮ ਨੂੰ ਅਪਗ੍ਰੇਡ ਕਰਨ ਦੇ ਲਈ, ਬੂਸਟ ਕਰਨ ਦੇ ਲਈ। ਨੈਕਸਟ ਹੈ ਲੂਸੀਡੀਅਸ ਇੱਕ ਕੰਪਨੀ ਹੈ ਜੋ ਕਿ ਭੀਮ ਐਪਲੀਕੇਸ਼ਨ ਦੀ ਸਿਕਿਉਰਿਟੀ ਦੇ ਨਾਲ ਵੀ ਕੰਮ ਕਰਦੀ ਹੈ। ਭੀਮ ਐਪਲੀਕੇਸ਼ਨ ਦੀ ਸਿਕਿਉਰਿਟੀ ਦੇ ਉੱਤੇ ਵੀ ਕੰਮ ਕਰਦੀ ਹੈ ਲੂਸੀਡੀਅਸ। ਇਹਨਾਂ ਕੰਪਨੀ ਦੁਆਰਾ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਸੇਫ ਮੀ ਨਾਮ ਦੀ ਮੋਬਾਈਲ ਐਪਲੀਕੇਸ਼ਨ ਲੂਸੀਡੀਅਸ ਦੁਆਰਾ। ਨੈਕਸਟ ਹੈ ਇੰਡੀਅਨ ਅਮਰੀਕਨ ਮਾਜੂ ਵਰਗੀਸੀ ਨੂੰ ਅਪੁਆਇੰਟ ਕੀਤਾ ਗਿਆ USA ਦੇ ਵਿੱਚ। ਕਿਸ ਦੇ ਲਈ ਅਪੁਆਇੰਟ ਕੀਤਾ ਗਿਆ ਕਿ USA ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਹੋਣਗੇ ਜੋ ਬਿਡਨ ਔਰ ਵਾਈਸ ਪ੍ਰੈਜ਼ੀਡੈਂਟ ਹੋਣਗੇ ਕਮਲਾ ਹੈਰਿਸ, ਦੋਨਾਂ ਦੀ ਜਿਹੜੀ ਔਥ ਸੈਰੇਮਨੀ ਹੈ ਉਹ ਕਿਹਨਾਂ ਦੁਆਰਾ ਕੰਡਕਟ ਕਰਵਾਈ ਜਾਏਗੀ। ਜਿਹੜੀ ਆਰਗੇਨਾਈਜੇਸ਼ਨ ਸੈਰੇਮਨੀ ਹੁੰਦੀ ਹੈ ਉਸ ਸੈਰੇਮਨੀ ਨੂੰ ਪ੍ਰੋਪਰ ਕੰਡਕਟ ਕਰਵਾਉਣਾ, ਉਸਦੇ ਸਾਰੇ ਫੈਕਟਸ ਵਗੈਰਾ ਜਿੰਨਾ ਵੀ ਡਿਟੇਲ ਦੇ ਵਿੱਚ ਉਸ ਫੰਕਸ਼ਨ ਨੂੰ ਕਰਨ ਦੇ ਲਈ ਕਿਹਨਾਂ ਨੂੰ ਅਪੁਆਇੰਟ ਕੀਤਾ ਗਿਆ, ਮਾਜੂ ਵਰਗੀਸੀ। ਆਪਣੇ ਲਈ ਨਾਮ ਇੰਪੋਰਟੈਂਟ ਬਣਿਆ ਕਿਉਂਕਿ ਇਹ ਇੰਡੀਅਨ ਅਮਰੀਕਨ। ਨੈਕਸਟ ਹੈ ਸੈਂਟਰਲ ਗੌਰਮੈਂਟ ਦੀ ਗੱਲ ਕਰਦੇ ਹਾਂ। ਇਹਨਾਂ ਦੁਆਰਾ ਇੱਕ ਮਿਨਿਸਟਰੀਅਲ ਕਮੇਟੀ ਬਣਾਈ ਗਈ ਹੈ ਫॉर द ਇੰਪਲੀਮੈਂਟੇਸ਼ਨ ਆਫ ਟਾਰਗੇਟਸ ਅੰਡਰ ਪੈਰਿਸ ਕਲਾਈਮੇਟ ਐਗਰੀਮੈਂਟ। ਇਹ ਨਿਊਜ਼ ਇੰਪੋਰਟੈਂਟ ਰਹੇਗੀ। ਇੱਥੇ ਹਲਕਾ ਜਿਹਾ ਚੇਂਜ ਹੈ, ਕੱਲ ਮੈਨੇ ਨਾਮ ਸੀਗਾ ਜਿਹੜਾ ਫੋਰੈਸਟ ਐਂਡ ਕਲਾਈਮੇਟ ਚੇਂਜ ਸੈਕਟਰੀ ਦਾ ਜਿਹੜਾ ਨਾਮ ਸੀ ਉਹ ਗਲਤ ਦੱਸ ਦਿੱਤਾ ਸੀ, ਬਾਈ ਮਿਸਟੇਕ ਗਲਤੀ ਨਾਲ ਦੱਸ ਦਿੱਤਾ ਸੀ। ਐਕਚੁਅਲੀ ਉਹਨਾਂ ਦੀ ਜਿਹੜੀ ਅਪੁਆਇੰਟਮੈਂਟ ਚੇਂਜ ਹੋ ਗਈ ਹੈ। ਨਵੇਂ ਜਿਹੜੇ ਨੇ RP ਗੁਪਤਾ ਨੂੰ ਡਾਇਰੈਕਟਰ ਅਪੁਆਇੰਟ ਕੀਤਾ ਗਿਆ, RP ਗੁਪਤਾ ਨੂੰ ਚੇਅਰਮੈਨ ਅਪੁਆਇੰਟ ਕੀਤਾ ਗਿਆ ਹੈ ਸੈਂਟਰਲ ਗੌਰਮੈਂਟ ਦੁਆਰਾ ਜਿਹੜੀ ਕਮੇਟੀ ਬਣਾਈ ਗਈ ਹੈ। ਠੀਕ ਹੈ, ਇੱਥੇ ਚੇਂਜ ਕਰ ਲਿਓ। ਇਸ ਤੋਂ ਇਲਾਵਾ ਐਜੂਕੇਸ਼ਨ ਮਿਨਿਸਟਰ ਰਮੇਸ਼ ਪੋਖਰਿਆਲ ਨਿਸ਼ਾਂਕ ਨੇ, ਇਹਨਾਂ ਦੁਆਰਾ ਇੱਕ ਟਾਸਕ ਫੋਰਸ ਬਣਾਈ ਗਈ ਇਹਨਾਂ ਦੁਆਰਾ, ਜਿਸ ਦੇ ਹੈਡ ਐਜੂਕੇਸ਼ਨ ਸੈਕਟਰੀ ਅਪੁਆਇੰਟ ਕੀਤੇ ਗਏ ਅਮਿਤ ਖਾਰੇ।
बेसिकली टैक्नीकल एजुकेशन नू मदर लैंग्वेज दे विच प्रोवाइड करवाउण दे लई अमित खारे नू अपॉइंट किया गया। सूर्योदय स्मॉल फाइनेंस बैंक, सूर्योदय स्मॉल फाइनेंस बैंक इन्हां द्वारा पार्टनरशिप की गई है पेटीएम दे नाल पार्टनरशिप की गई टू एम्पावर MSME सैक्टर नू एम्पावर करन दे लई और इंस्टेंट डिजिटल लोन्स प्रोवाइड करन दे लई पेटीएम दे नाल सूर्योदय स्मॉल फाइनेंस बैंक द्वारा एग्रीमेंट साइन किया गया। सूर्योदय स्मॉल फाइनेंस बैंक का हैडकुआटर नवी मुंबई दे विच है। 2017 दे विच इसनूं बनाया गया सी और भास्कर बाबू इस दे MD CEO ने, भास्कर बाबू इस दे MD CEO ने। नेक्स्ट है वर्चुअल एडिशन ऑफ 10 डेज आदि महोत्सव। आदि महोत्सव का वर्चुअल एडिशन ऑर्गेनाइज किया गया। आदि महोत्सव 10 दिन का एक फैसटीवल हुंदा है। इसका वर्चुअल एडिशन लॉन्च किया गया ट्राइबल अफेयर्स मिनिस्टर अर्जुन मुंडा द्वारा। बेसिकली इस दे विच फोकस स्टेट किहड़ी रखी गई है MP। इसी दे नाल ये भी याद रखना अगले एडिशन दे विच फोकस स्टेट गुजरात होएगी तो उस तो अगले दे विच वेस्ट बंगाल होएगी। नेक्स्ट है यूथ अफेयर्स एंड स्पोर्ट्स मिनिस्टर। यूथ अफेयर्स और स्पोर्ट्स मिनिस्टर कौन ने? किरण रिजिजू ने। इन्हां द्वारा 6वीं ब्रिक्स दे यूथ समिट दे विच पार्टिसिपेट किया गया जिसनूं रशिया होस्ट करेगा। किरण रिजिजू द्वारा 6वें ब्रिक्स दे यूथ समिट दे विच पार्टिसिपेट किया गया जिसनूं होस्ट कर रहा है रशिया। नेक्स्ट है RK सिंह। RK सिंह जो कि पावर एंड रीन्यूएबल एनर्जी मिनिस्टर ने। इन्हां द्वारा ग्रीन चारकोल हैकेथॉन नूं लॉन्च किया गया। इस दे अंडर की किया जाएगा फार्म रेसिड्यू नूं ग्रीन चारकोल दे विच कन्वर्ट किया जाएगा। इसनूं ऑर्गेनाइज किया गया NTPC दी सबसिडरी। NTPC का जिहड़ा पार्ट है सबसिडरी है विद्युत व्यापार निगम लिमिटेड और एनर्जी एफिशिएंसी सर्विसेज लिमिटेड ने मिलकर इसनूं लॉन्च किया। नेक्स्ट है संजय धोत्रे जो कि मिनिस्टर ऑफ स्टेट फॉर कम्युनिकेशन ने या कह सकते हैं डिप्टी कम्युनिकेशन मिनिस्टर ने। इन्होंने 5 स्टार विलेज पोस्टल स्कीम नूं लॉन्च किया है देहरादून उत्तराखंड दे विच। इंडिया द्वारा यूके के प्राइम मिनिस्टर बोरिस जॉनसन नूं की किया गया एज ए चीफ गेस्ट बुलाया गया। एज ए चीफ गेस्ट इंडिया के विच बुलाया गया रिपब्लिक डे की परेड के दिन। बेसिकली रिपब्लिक डे आ रहा है जनवरी 2021 का तो उस दे विच की किया जाएगा चीफ गेस्ट बुलाए गए ने PM बोरिस जॉनसन। हुण अगे उन्हां वालों इनविटेशन स्वीकार किया जाता है आ रहे हैं या नहीं आ रहे हैं ये बाद की गल है। नेक्स्ट है यूके फर्स्ट कंट्री बनी है जिसने अप्रूव किया है फिजर बायोटेक कोविड वैक्सीन। नेक्स्ट गल करते हैं जायंट एरीकीबो एक ह्यूज रेडियो टैलीस्कोप सीगा जिसनूं 1960s दे विच USA दे विच बनाया गया सी जिहड़ा कि इंस्टॉल किया गया सी प्यूर्तो रिको दे विच। एक कोलैप्स हो गया, ये टुट के गिर गया। नेक्स्ट है न्यूजीलैंड प्राइम मिनिस्टर जैकिंडा एंडर्न इन्हां द्वारा क्लाइमेट एमरजेंसी डिक्लेयर की गई और सिटी नूं या कंट्री नूं कार्बन न्यूट्रल बनाने का टारगेट अनाउंस किया गया 2050। नेक्स्ट है अकॉर्डिंग टू इंटरनेशनल एयर ट्रांसपोर्ट एसोसीएशन ने की कहा कि शंघाई सिटी है जिहड़ी शंघाई सिटी चाइना की सिटी है ये मोस्ट कनैक्टेड सिटी है वर्ल्ड दी मोस्ट कनैक्टेड सिटी किहड़ी है शंघाई। इंटरनेशनल एयर ट्रांसपोर्ट एसोसीएशन का हैडकुआटर कित्थे है मॉन्ट्रियल कैनेडा दे विच। नेक्स्ट है पाकिस्तान गवर्नमेंट ने चाइना दे नाल एक एग्रीमेंट साइन किया आज़ाद पतन हाइड्रो पावर प्रोजेक्ट के लिए। आज़ाद पतन हाइड्रो पावर प्रोजेक्ट ये कित्थे है ये जहलम रिवर के उत्ते है पाकिस्तान ऑक्यूपाइड कश्मीर दे विच है POK रीजन दे विच है और इस दे लई चाइना की एक कंपनी गैजहूबा ग्रुप के नाल एग्रीमेंट साइन किया गया। नेक्स्ट है इंडियन एयरफोर्स द्वारा सरफेस टू एयर कंबाइंड गाइडेड फायरिंग एक्सरसाइज नूं कंडक्ट किया गया एयरफोर्स स्टेशन सूर्यलंका आंध्र प्रदेश दे विच। एयरफोर्स स्टेशन सूर्यलंका आंध्र प्रदेश दे विच इसनूं कंडक्ट किया गया। इसी दे नाल आकाश मिसाइल सिस्टम है जिहड़ा इंडिया का और रशियन मिसाइल सिस्टम इगला इन्हां नूं भी टेस्ट फाइड किया गया। इस एक्सरसाइज दे विच आकाश मिसाइल इंडिया दी और रशियन मिसाइल इगला नूं टेस्ट फाइड किया गया।
ਸਿੰਗਾਪੁਰ ਸਿੰਗਾਪੁਰ ਫਰਸਟ ਕੰਟਰੀ ਬਣੀ ਹੈ ਜਿਸਨੇ ਲੈਬ ਗਰੋਨ ਮੀਟ ਨੂੰ ਅਪਰੂਵਲ ਦਿੱਤੀ ਹੈ। ਲੈਬ ਗਰੋਨ ਮੀਟ ਨੂੰ ਅਪਰੂਵਲ ਦੇਣ ਵਾਲੀ ਫਰਸਟ ਕੰਟਰੀ ਸਿੰਗਾਪੁਰ। ਤਮਿਲਨਾਡੂ ਨੂੰ ਬੈਸਟ ਆਰਗਨ ਡੋਨੇਸ਼ਨ ਦੇ ਲਈ ਲਗਾਤਾਰ 6ਵੀਂ ਵਾਰ ਕਹਿ ਸਕਦੇ ਹਾਂ ਕਿ ਡਿਕਲੇਅਰ ਕੀਤਾ ਗਿਆ ਕਿ ਤਮਿਲਨਾਡੂ ਲਗਾਤਾਰ 6ਵੀਂ ਵਾਰ ਆਰਗਨ ਡੋਨੇਸ਼ਨ ਦੇ ਵਿੱਚ ਬੈਸਟ ਸਟੇਟ ਹੈ। ਕਰਨਾਟਕਾ ਹਾਈ ਕੋਰਟ ਦੁਆਰਾ ਕਿਸੇ ਵੀ ਮੇਜਰ ਇੰਡੀਵਿਜੂਅਲ ਨੂੰ ਆਪਣੀ ਮਰਜ਼ੀ ਦੇ ਨਾਲ ਮੈਰਿਜ ਕਰਨ ਦੇ ਲਈ ਫੰਡਾਮੈਂਟਲ ਰਾਈਟ ਅਨਾਉਂਸ ਕੀਤਾ ਗਿਆ। ਕਰਨਾਟਕਾ ਦੁਆਰਾ ਹੀ ਫਰਸਟ ਐਡੀਸ਼ਨ ਆਫ ਕੌਸ਼ਲਿਆ ਕਰਨਾਟਕਾ ਮੈਗਜ਼ੀਨ ਲਾਂਚ ਕੀਤਾ ਗਿਆ ਟੂ ਪ੍ਰੋਵਾਈਡ ਲਿੰਕ ਬਿਟਵੀਨ ਜੌਬ ਐਸਪੀਰੈਂਟਸ ਐਂਡ ਐਮਪਲੋਇਰਸ। ਉੜੀਸਾ ਦੀ ਗੱਲ ਕਰਦੇ ਹਾਂ। ਉੜੀਸਾ ਗੌਰਮੈਂਟ ਦੁਆਰਾ ਮਿਸ਼ਨ 0F ਇਨੀਸ਼ੀਏਟਿਵ ਲਾਂਚ ਕੀਤਾ ਗਿਆ ਸੰਬਲਪੁਰ ਦੇ ਵਿੱਚ ਤਾਂ ਕਿ ਸਟੂਡੈਂਟਸ ਦੀ ਜਿਹੜੀ ਫੇਲ ਹੋਣ ਵਾਲੀ ਗਿਣਤੀ ਹੈ ਉਸ ਨੂੰ ਰਿਡਿਊਸ ਕੀਤਾ ਜਾ ਸਕੇ। ਨੈਕਸਟ ਹੈ ਇੰਟਰਨੈਸ਼ਨਲ ਸੈਂਡ ਆਰਟ ਫੈਸਟੀਵਲ ਚੰਦਰਪ੍ਰਭਾ ਕੋਨਾਰਕ ਪੁਰੀ ਡਿਸਟ੍ਰਿਕਟ ਉੜੀਸਾ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ ਜੋ ਕਿ 9th ਐਡੀਸ਼ਨ ਹੋਏਗਾ। ਗੋਆ ਦੀ ਗੱਲ ਕਰਦੇ ਹਾਂ। ਵਨ ਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ ਹੈ ਪਾਵਰ ਕੰਜ਼ਿਊਮਰ ਦੇ ਲਈ ਇਲੈਕਟ੍ਰੀਸਿਟੀ ਦੇ ਲਈ ਵਨ ਟਾਈਮ ਪੇਮੈਂਟ ਸੈਟਲਮੈਂਟ ਸਰਵਿਸਿਜ਼। ਲਖਨਊ ਮਿਊਨਿਸਪਲ ਕਾਰਪੋਰੇਸ਼ਨ LMC ਲਖਨਊ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਹੜੀ UP ਦੀ ਇਸਨੇ 200 ਕਰੋੜ ਦੇ ਬੌਂਡ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਰਜਿਸਟਰ ਕਰਾਏ ਨੇ ਤਾਂ ਕਿ ਉਹ ਅੰਮ੍ਰਿਤ ਸਕੀਮ ਹੈ ਜਿਹੜੀ ਅਮਰੂਤ ਸਕੀਮ ਦੀ ਫੁੱਲ ਫਾਰਮ ਯਾਦ ਰੱਖਾਂਗੇ ਅਟਲ ਮਿਸ਼ਨ ਫॉर ਰੈਜੂਵਨੇਸ਼ਨ ਐਂਡ ਅਰਬਨ ਟਰਾਂਸਫੋਰਮੇਸ਼ਨ ਸਕੀਮ ਦੇ ਲਈ ਇਨਵੈਸਟਮੈਂਟ ਹਾਸਲ ਕਰਨ ਦੇ ਲਈ ਇਸ ਨੂੰ ਕੀਤਾ ਗਿਆ। ਇਸ ਤੋਂ ਇਲਾਵਾ ਅਸਮ ਬਾਰੇ ਯਾਦ ਰੱਖਣਾ ਹੈ। ਅਸਮ ਦੇ ਵਿੱਚ 6th ਨੈਸ਼ਨਲ ਪਾਰਕ ਬਣਾਇਆ ਜਾ ਰਿਹਾ ਰਾਇਮੋਨਾ ਨੈਸ਼ਨਲ ਪਾਰਕ ਅਸਮ ਦੇ ਵਿੱਚ ਬਣਾਇਆ ਜਾ ਰਿਹਾ। ਇਸ ਤੋਂ ਇਲਾਵਾ ਮਿਨਿਸਟਰੀ ਆਫ ਪੋਰਟਸ ਸ਼ਿਪਿੰਗ ਔਰ ਵਾਟਰਵੇਜ਼ ਦੁਆਰਾ ਯਾਨੀ ਕਿ ਮਨਸੁਖ ਲਾਲ ਮੰਡਾਵੀਆ ਦੁਆਰਾ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਲਗਜ਼ਰੀ ਕਰੂਜ਼ ਸਰਵਿਸ ਦੇ ਲਈ। ਲਗਜ਼ਰੀ ਕਰੂਜ਼ ਸਰਵਿਸ ਆਰਗੇਨਾਈਜ਼ ਕੀਤੀ ਜਾਏਗੀ ਸਰਿਊ ਰੀਵਰ ਦੇ ਵਿੱਚ ਸ਼ੁਰੂ ਕੀਤੀ ਜਾਏਗੀ ਲਗਜ਼ਰੀ ਕਰੂਜ਼ ਸਰਵਿਸ ਕਿੱਥੇ ਅਯੋਧਿਆ ਦੇ ਲਈ। ਨੈਕਸਟ ਹੈ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਟੀ। ਇਹ ਨਿਊਜ਼ ਕਾਫੀ ਇੰਪੋਰਟੈਂਟ ਬਣੇਗੀ। ਮੈਂ ਕੱਲ ਵੀ ਕਿਹਾ ਸੀ ਐਗਜ਼ਾਮ ਦੇ ਵਿੱਚ ਇਸ ਨਿਊਜ਼ ਦੇ ਵਿੱਚ ਕੁਐਸਚਨ ਪੱਕਾ ਪੁੱਛਿਆ ਜਾਏਗਾ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ। ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਟੀ ਜਿਹੜੀ IFSCA ਹੈ ਇਹ 27 ਅਪ੍ਰੈਲ 2020 ਨੂੰ ਬਣਾਈ ਗਈ ਸੀ। ਗਿਫਟ ਸਿਟੀ ਗਾਂਧੀਨਗਰ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ ਔਰ ਇੰਜੇਤੀ ਸ਼੍ਰੀਨਿਵਾਸ ਇਸ ਦੇ ਹੈੱਡ ਨੇ। ਇਸ ਨੂੰ ਮੈਂਬਰਸ਼ਿਪ ਮਿਲੀ ਹੈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਇੰਸ਼ੋਰੈਂਸ ਸੁਪਰਵਾਈਜ਼ਰ ਦੀ ਮੈਂਬਰਸ਼ਿਪ ਇਸ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਨੂੰ 1994 ਦੇ ਵਿੱਚ ਬਣਾਇਆ ਗਿਆ ਸੀ ਔਰ ਸਵਿਟਜ਼ਰਲੈਂਡ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। MP ਦੀ ਗੱਲ ਕਰਦੇ ਹਾਂ। MP ਗਵਰਨਮੈਂਟ ਦੁਆਰਾ ਅਨਾਉਂਸ ਕੀਤਾ ਗਿਆ ਏਡਸ ਨੂੰ ਕੰਪਲੀਟਲੀ ਐਲੀਮੀਨੇਟ ਕਰਨ ਦਾ ਟਾਰਗੇਟ 2030 ਟਾਰਗੇਟ ਅਨਾਉਂਸ ਕੀਤਾ ਗਿਆ। ਹਰਿਆਣਾ ਦੁਆਰਾ ਯੋਗਾ ਨੂੰ ਐਜ਼ ਏ ਸਬਜੈਕਟ ਸ਼ੁਰੂ ਕੀਤਾ ਗਿਆ ਸਕੂਲਸ ਦੇ ਵਿੱਚ। ਸਕੂਲਸ ਦੇ ਵਿੱਚ ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਵਾਈਲਡ ਲਾਈਫ ਸੈਂਚੁਰੀ ਡਿਸਕਸ ਕਰ ਰਹੇ ਹਾਂ ਤਾਂ ਪੌਂਡੀਚੇਰੀ ਦੇ ਵਿੱਚ ਉਸੂਡੂ ਬਰਡ ਸੈਂਚੁਰੀ। ਰਾਜਸਥਾਨ ਦੇ ਵਿੱਚ ਭਾਰਤ ਬਰਡ ਸੈਂਚੁਰੀ ਰਾਜਸਥਾਨ ਦੇ ਵਿੱਚ। ਹਰਿਆਣਾ ਦੇ ਵਿੱਚ ਸੁਲਤਾਨਪੁਰ ਬਰਡ ਸੈਂਚੁਰੀ ਸੁਲਤਾਨਪੁਰ ਨੈਸ਼ਨਲ ਪਾਰਕ ਵੀ ਹੈ ਸੁਲਤਾਨਪੁਰ ਬਰਡ ਸੈਂਚੁਰੀ ਵੀ ਹਰਿਆਣਾ ਦੇ ਵਿੱਚ। ਗੋਆ ਸਲੀਮ ਅਲੀ ਬਰਡ ਸੈਂਚੁਰੀ। ਇਹ ਕਾਫੀ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਇੱਥੇ ਕਨਫਿਊਜ਼ਨ ਕ੍ਰੀਏਟ ਕਰਨ ਦੇ ਲਈ ਕਿ ਸਲੀਮ ਅਲੀ ਬਰਡ ਸੈਂਚੁਰੀ ਗੋਆ ਦੇ ਵਿੱਚ ਔਰ ਸਲੀਮ ਅਲੀ ਨੈਸ਼ਨਲ ਪਾਰਕ ਜੰਮੂ ਐਂਡ ਕਸ਼ਮੀਰ ਦੇ ਵਿੱਚ। ਉੜੀਸਾ ਦੀ ਗੱਲ ਕਰਦੇ ਹਾਂ। ਚਿਲਕਾ ਲੇਕ ਬਰਡ ਸੈਂਚੁਰੀ ਸੁਨਾਭੇਦਾ ਟਾਈਗਰ ਰਿਜ਼ਰਵ ਔਰ ਚੰਦਕਾ ਐਲੀਫੈਂਟ ਰਿਜ਼ਰਵ ਇਹ ਤਿੰਨੋਂ ਕਿੱਥੇ ਨੇ ਉੜੀਸਾ ਦੇ ਵਿੱਚ ਠੀਕ ਹੈ ਜੀ। ਇਸ ਤੋਂ ਇਲਾਵਾ ਉੜੀਸਾ ਦੇ ਵਿੱਚ ਹੀ ਯਾਦ ਰੱਖਣਾ ਐਲੀਫੈਂਟ ਰਿਹੈਬਿਲਿਟੇਸ਼ਨ ਸੈਂਟਰ ਵੀ ਲਗਾਇਆ ਜਾ ਰਿਹਾ ਹੈ। ਪਹਿਲਾ ਐਲੀਫੈਂਟ ਰਿਹੈਬਿਲਿਟੇਸ਼ਨ ਸੈਂਟਰ ਇੰਡੀਆ ਦਾ ਕੇਰਲਾ ਦੇ ਵਿੱਚ ਔਰ ਦੂਸਰਾ ਐਲੀਫੈਂਟ ਰਿਜ਼ਰਵੇਸ਼ਨ ਸੈਂਟਰ ਕਿੱਥੇ ਬਣਾਇਆ ਜਾ ਰਿਹਾ ਹੈ ਉੜੀਸਾ ਦੇ ਵਿੱਚ। ਨੈਕਸਟ ਚੱਲਦੇ ਹਾਂ ਅੱਜ ਦੀ ਫਰਸਟ ਨਿਊਜ਼ ਦੇ ਵੱਲ। ਨਿਊਜ਼ ਕਾਫੀ ਇੰਪੋਰਟੈਂਟ ਰਹਿਣਗੀਆਂ। ਮੈਂ ਪਹਿਲੇ ਵੀ ਕਿਹਾ ਸੈਸ਼ਨ ਨੂੰ ਧਿਆਨ ਨਾਲ ਸੁਣਨਾ ਕਾਫੀ ਇੰਪੋਰਟੈਂਟ ਸੈਸ਼ਨ ਹੋਏਗਾ ਅੱਜ ਦਾ। ਇੰਟਰਨੈਸ਼ਨਲ ਡੇ ਆਫ ਬੈਂਕ ਇਹ ਨਿਊਜ਼ ਕਾਫੀ ਜ਼ਿਆਦਾ ਇੰਪੋਰਟੈਂਟ ਰਹੇਗੀ ਕਿਉਂਕਿ ਇਹ ਪਹਿਲੀ ਵਾਰ ਓਬਜ਼ਰਵ ਕੀਤਾ ਗਿਆ। ਇੰਟਰਨੈਸ਼ਨਲ ਡੇ ਆਫ ਬੈਂਕ ਲਾਸਟ ਈਅਰ 2019 ਦੇ ਵਿੱਚ ਹੀ ਅਨਾਊਂਸ ਕੀਤਾ ਗਿਆ ਸੀ ਕਿ ਇਸ ਨੂੰ ਓਬਜ਼ਰਵ ਕਰਨਾ ਸ਼ੁਰੂ ਕੀਤਾ ਜਾਏਗਾ ਔਰ ਇਸ ਸਾਲ 4 ਦਸੰਬਰ ਨੂੰ ਪਹਿਲੀ ਵਾਰ ਓਬਜ਼ਰਵ ਕੀਤਾ ਗਿਆ। ਇੰਟਰਨੈਸ਼ਨਲ ਡੇ ਆਫ ਬੈਂਕ ਓਬਜ਼ਰਵ ਕੀਤਾ ਗਿਆ ਠੀਕ ਹੈ ਜੀ।
4 ਦਸੰਬਰ ਨੂੰ ਹੀ ਇੱਕ ਹੋਰ ਇੰਪੋਰਟੈਂਟ ਡੇ ਡਿਸਕਸ ਕਰਦੇ ਹਾਂ। ਇਸ ਤੋਂ ਇਲਾਵਾ 3 ਦਸੰਬਰ ਬਾਰੇ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਨੈਸ਼ਨਲ ਐਡਵੋਕੇਟਸ ਡੇ 3 ਦਸੰਬਰ ਨੂੰ ਇੱਕ ਦਿਨ ਆਪਾਂ ਕੱਲ੍ਹ ਡਿਸਕਸ ਕੀਤਾ ਸੀ 3 ਦਸੰਬਰ ਦਾ ਇੰਟਰਨੈਸ਼ਨਲ ਡੇ ਆਫ ਪਰਸਨ ਵਿਦ ਡਿਸੇਬਿਲਿਟੀਜ਼। ਦੂਸਰਾ ਇੰਪੋਰਟੈਂਟ ਦਿਨ ਹੈ 3 ਦਸੰਬਰ ਨੂੰ ਹੀ ਨੈਸ਼ਨਲ ਐਡਵੋਕੇਟ ਡੇ। ਬੇਸਿਕਲੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਜਿਹੜੇ ਇਹ ਇੰਡੀਆ ਦੇ ਫਰਸਟ ਪ੍ਰੈਜ਼ੀਡੈਂਟ ਸੀਗੇ, ਇਹਨਾਂ ਦੀ 133rd ਬਰਥ ਐਨੀਵਰਸਰੀ ਓਬਜ਼ਰਵ ਕੀਤੀ ਜਾ ਰਹੀ ਹੈ। ਇਸ ਨੂੰ ਨੈਸ਼ਨਲ ਐਡਵੋਕੇਟ ਡੇ ਦੇ ਰੂਪ ਦੇ ਵਿੱਚ ਓਬਜ਼ਰਵ ਕੀਤਾ ਜਾਂਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਇੰਡੀਅਨ ਨੇਵੀ ਡੇ ਓਬਜ਼ਰਵ ਕੀਤਾ ਗਿਆ 4 ਦਸੰਬਰ ਨੂੰ, ਯਾਨੀ ਕਿ ਕੱਲ੍ਹ ਦੇ ਦਿਨ ਇੰਡੀਅਨ ਨੇਵੀ ਡੇ ਵੀ ਓਬਜ਼ਰਵ ਕੀਤਾ ਗਿਆ 1971 ਦੇ ਵਿੱਚ। ਬੇਸਿਕਲੀ ਜਿਹੜੀ ਇੰਡੀਅਨ ਨੇਵੀ ਡੇ ਹੈ ਇਸ ਕਰਕੇ ਓਬਜ਼ਰਵ ਕੀਤਾ ਜਾਂਦਾ ਹੈ ਕਿਉਂਕਿ 1971 ਦੇ ਵਿੱਚ ਇੰਡੀਆ ਨੇ ਪਾਕਿਸਤਾਨ ਦੇ ਕੁਝ ਸ਼ਿਪ ਸੀਗੇ ਜਿਹੜੇ ਉਹਨਾਂ ਨੂੰ ਤਬਾਹ ਕਰਤਾ ਸੀ, ਡਿਸਟਰੋਏ ਕਰਤਾ ਸੀ। ਠੀਕ ਹੈ, ਤਕਰੀਬਨ ਆਈ ਥਿੰਕ 4 ਸੀਗੇ ਜਿਨ੍ਹਾਂ ਦੇ ਉੱਤੇ ਐਂਟੀ ਸ਼ਿਪ ਮਿਸਾਈਲ ਦਾ ਯੂਜ਼ ਕੀਤਾ ਗਿਆ ਸੀ। ਠੀਕ ਹੈ, ਤਾਂ ਆਪਰੇਸ਼ਨ ਟਰਾਈਡੈਂਟ ਦੇ ਅੰਡਰ, ਆਪਰੇਸ਼ਨ ਦਾ ਨਾਮ ਇੰਪੋਰਟੈਂਟ ਰਹੇਗਾ, ਆਪਰੇਸ਼ਨ ਟਰਾਈਡੈਂਟ ਦੇ ਅੰਡਰ ਇਸ ਨੂੰ ਕੀਤਾ ਗਿਆ ਸੀ। ਠੀਕ ਹੈ ਜੀ। ਇਸ ਤੋਂ ਇਲਾਵਾ ਇੰਟਰਨੈਸ਼ਨਲ ਡੇ ਆਫ ਬੈਂਕ ਆਪਾਂ ਨੇ ਡਿਸਕਸ ਕਰ ਲਿਆ, ਯਾਦ ਰੱਖਣਾ। ਨੈਕਸਟ ਹੈ RBI halt with which bank for launching of new credit cards for customers। halt ਦਾ ਮਤਲਬ ਰੋਕਣਾ, ਰੋਕ ਲਗਾ ਦਿੱਤੀ ਹੈ RBI ਦੁਆਰਾ। RBI ਦੁਆਰਾ ਕਿਹੜੇ ਬੈਂਕ ਦੇ ਉੱਤੇ ਰੋਕ ਲਗਾਈ ਗਈ ਹੈ ਕਿ ਉਹ ਨਵੇਂ ਕ੍ਰੈਡਿਟ ਕਾਰਡ ਇਸ਼ੂ ਨਹੀਂ ਕਰ ਸਕਦਾ। ਤਾਂ ਕਿਹੜੇ ਬੈਂਕ ਦੇ ਉੱਤੇ ਲਗਾਈ ਗਈ ਹੈ? HDFC ਬੈਂਕ। ਜਿਨ੍ਹਾਂ ਦਾ HDFC ਬੈਂਕ ਦੇ ਵਿੱਚ ਖਾਤਾ ਹੈ ਉਹਨਾਂ ਨੂੰ ਇਹ ਪਤਾ ਲੱਗਿਆ ਹੋਏਗਾ, ਔਰ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਦਾ ਵੀ ਪਤਾ ਲੱਗਿਆ ਹੋਏਗਾ ਕਿ ਕੀ ਪ੍ਰੋਬਲਮ ਹੈ, ਕਿ HDFC ਬੈਂਕ ਦੇ ਵਿੱਚ ਜਿਹੜੀ ਟ੍ਰਾਂਜੈਕਸ਼ਨਸ ਨੇ ਉਹ ਪ੍ਰੋਪਰ ਤਰੀਕੇ ਨਾਲ ਕੰਪਲੀਟ ਨਹੀਂ ਹੋ ਪਾ ਰਹੀਆਂ ਸੀ। ਜਿਹੜੀ ਇਹਨਾਂ ਦੀ ਐਪਲੀਕੇਸ਼ਨ ਹੈ ਉਹ ਅੱਛੇ ਤਰੀਕੇ ਨਾਲ ਵਰਕ ਨਹੀਂ ਕਰ ਰਹੀ ਸੀ, ਉਹ ਟ੍ਰਾਂਜੈਕਸ਼ਨ ਦੇ ਵਿੱਚ ਵੀ ਟਾਈਮ ਲੱਗ ਰਿਹਾ ਸੀ। ਠੀਕ ਹੈ, ਇਹ ਕਿਉਂ ਹੋ ਰਿਹਾ ਸੀ? ਕਿਉਂਕਿ HDFC ਬੈਂਕ ਨੇ ਕਾਫੀ ਜ਼ਿਆਦਾ ਕੁਝ ਟਾਈਮ ਦੇ ਵਿੱਚ, ਅਗਰ ਪਿਛਲੇ ਮੰਥਸ ਦੀ ਗੱਲ ਕਰਦੇ ਹਾਂ, ਕਾਫੀ ਜ਼ਿਆਦਾ ਕ੍ਰੈਡਿਟ ਕਾਰਡ ਵਗੈਰਾ ਇਸ਼ੂ ਕੀਤੇ ਸੀ, ਜਿਸ ਕਰਕੇ ਇਹ ਪ੍ਰੋਬਲਮ ਆ ਰਹੀ ਸੀ। ਠੀਕ ਹੈ, ਤਾਂ ਇਸੀ ਕਰਕੇ RBI ਦੁਆਰਾ ਰੋਕ ਲਗਾਈ ਗਈ ਹੈ ਕਿ ਅਗਲੇ ਕੁਝ 4 ਜਾਂ 6 ਮਹੀਨਿਆਂ ਦੇ ਲਈ ਨਵੇਂ ਕ੍ਰੈਡਿਟ ਕਾਰਡ ਲਾਂਚ ਨਹੀਂ ਕਰ ਸਕਣਗੇ। ਠੀਕ ਹੈ ਜੀ, ਯਾਦ ਰੱਖਣਾ। ਇਸ ਤੋਂ ਇਲਾਵਾ ਦੋਨੋਂ ਬੈਂਕਸ ਦੇ ਜਿਹੜੇ ਸਟੈਟਿਕ ਪੁਆਇੰਟਸ ਨੇ ਇੰਪੋਰਟੈਂਟ ਬਣਨਗੇ। ਫੋਰ ਐਗਜ਼ਾਮਪਲ HDFC ਬੈਂਕ 1994 ਦੇ ਵਿੱਚ ਬਣਾਇਆ ਗਿਆ ਸੀ, ਮੁੰਬਈ ਦੇ ਵਿੱਚ ਹੈੱਡਕੁਆਟਰ ਹੈ, ਸ਼ਸ਼ੀਧਰ ਜਗਦੀਸ਼ਨ ਇਸ ਦੇ ਨਵੇਂ MD CEO ਅਪਾਇੰਟ ਕੀਤੇ ਗਏ। RBI ਦੀ ਗੱਲ ਕਰਦੇ ਹਾਂ, 1 ਅਪ੍ਰੈਲ 1935 ਦੇ ਵਿੱਚ ਬਣਾਇਆ ਗਿਆ ਸੀ। RBI ਦੀ ਗੱਲ ਕਰਦੇ ਹਾਂ, RBI ਦਾ ਹੈੱਡਕੁਆਟਰ ਵੀ ਮੁੰਬਈ ਦੇ ਵਿੱਚ ਹੈ, ਔਰ ਇਸ ਦੇ ਇੱਕ ਗਵਰਨਰ ਹੁੰਦੇ ਨੇ, 4 ਡਿਪਟੀ ਗਵਰਨਰ ਹੁੰਦੇ ਨੇ। ਇੱਕ ਗਵਰਨਰ ਨੇ ਸ਼ਕਤੀਕਾਂਤ ਦਾਸ। 4 ਗਵਰਨਰ ਦੀ ਗੱਲ ਕਰਦੇ ਹਾਂ ਤਾਂ ਮਾਈਕਲ ਡੀ ਪਾਤਰਾ। ਠੀਕ ਹੈ ਜੀ। ਇਸ ਤੋਂ ਇਲਾਵਾ BP ਕਨੂਗੋ, MK ਜੈਨ। ਇਸ ਤੋਂ ਇਲਾਵਾ ਜਿਹੜਾ 4th ਪਰਸਨ ਨੇ ਇਹ ਰੀਸੈਂਟਲੀ ਅਪਾਇੰਟ ਕੀਤੇ ਗਏ ਨੇ। ਇਹ ਪੋਸਟ ਖਾਲੀ ਸੀ, ਇਹਨਾਂ ਨੂੰ ਰੀਸੈਂਟਲੀ ਅਪਾਇੰਟ ਕੀਤਾ ਗਿਆ ਸੀ। ਕਮੈਂਟ ਬਾਕਸ ਦੇ ਵਿੱਚ ਇਹਨਾਂ ਦਾ ਨਾਮ ਦੱਸਣਾ। ਠੀਕ ਹੈ ਜੀ। ਨੈਕਸਟ ਹੈ who has launched XP100 ਪੈਟਰੋਲੀਅਮ ਫਿਊਲ। ਇਹ ਵੀ ਨਿਊਜ਼ ਕਾਫੀ ਇੰਪੋਰਟੈਂਟ ਰਹੇਗੀ ਕਿ XP100 ਪੈਟਰੋਲੀਅਮ ਫਿਊਲ ਹੈ ਜਿਹੜਾ ਇੰਡੀਅਨ ਆਇਲ ਕਾਰਪੋਰੇਸ਼ਨ ਦੁਆਰਾ ਲਾਂਚ ਕੀਤਾ ਗਿਆ ਤਾਂ ਕਿ ਇੰਡੀਆ ਵੀ ਉਹਨਾਂ ਕੰਟਰੀਜ਼ ਦੇ ਵਿੱਚ ਸ਼ਾਮਿਲ ਹੋ ਸਕੇ ਜਿਨ੍ਹਾਂ ਲਵੇ ਸੁਪੀਰੀਅਰ ਕੁਆਲਿਟੀ ਫਿਊਲ ਹੈ। ਬੇਸਿਕਲੀ ਅਗਰ ਆਪਾਂ ਅੱਜ ਦੇ ਪੈਟਰੋਲ ਜਾਂ ਡੀਜ਼ਲ ਦੀ ਗੱਲ ਕਰਦੇ ਹਾਂ ਤਾਂ ਤਕਰੀਬਨ 80-70 ਹੈ। ਠੀਕ ਹੈ, ਜਿਹੜਾ ਇਹ XP100 ਪੈਟਰੋਲੀਅਮ ਫਿਊਲ ਹੈ ਇਹ ਤਕਰੀਬਨ ਉਸਦਾ ਡਬਲ ਹੋਏਗਾ, ਯਾਨੀ ਕਿ 160 ਹੋਏਗਾ। ਇਹ ਕਿਸ ਕਾਰਨ ਹੋਏਗਾ? ਬੇਸਿਕਲੀ ਜਿਹੜੀ ਹਾਈ ਲੈਵਲ ਗੱਡੀਆਂ ਨੇ, ਫੋਰ ਐਗਜ਼ਾਮਪਲ ਆਪਾਂ ਕਹਿ ਦਿੰਦੇ ਕਿ Audi ਦੀ ਗੱਡੀ ਹੈ, ਮਰਸੀਡੀਜ਼ ਵਗੈਰਾ ਦੀ ਗੱਡੀਆਂ ਨੇ, ਜਿਨ੍ਹਾਂ ਲੋਕਾਂ ਲਵੇ ਇਹ ਗੱਡੀਆਂ ਨੇ, ਉਹਨਾਂ ਗੱਡੀਆਂ ਦੇ ਲਈ ਸੁਪੀਰੀਅਰ ਕੁਆਲਿਟੀ ਫਿਊਲ ਲਾਂਚ ਕੀਤਾ ਗਿਆ। ਸੁਪੀਰੀਅਰ ਕੁਆਲਿਟੀ ਫਿਊਲ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਟੋਟਲ 10 ਸਿਟੀਜ਼ ਨੂੰ ਸਿਲੈਕਟ ਕੀਤਾ ਗਿਆ ਕਿ ਇਹਨਾਂ ਦੇ ਪੈਟਰੋਲ ਪੰਪਸ ਦੇ ਵਿੱਚ ਹੀ ਇਹ ਫਿਊਲ ਦਿੱਤਾ ਜਾਏਗਾ। ਹਜੇ ਲਈ ਇਸ ਨੂੰ ਟ੍ਰਾਇਲ ਬੇਸਿਸ ਦੇ ਉੱਤੇ 10 ਸਿਟੀਜ਼, ਜਿਸ ਦੇ ਵਿੱਚ 2 ਪੰਜਾਬ ਦੀ ਸਿਟੀਜ਼ ਵੀ ਨੇ, ਡਿਸਕਸ ਕਰਦੇ ਹਾਂ। ਤਾਂ ਕਿਹਨਾਂ ਦੁਆਰਾ ਲਾਂਚ ਕੀਤਾ ਗਿਆ ਹੈ? ਧਰਮੇਂਦਰ ਪ੍ਰਧਾਨ ਦੁਆਰਾ। ਧਰਮੇਂਦਰ ਪ੍ਰਧਾਨ ਐਜ਼ ਏ ਪੈਟਰੋਲੀਅਮ ਐਂਡ ਨੈਚੁਰਲ ਗੈਸ ਮਿਨਿਸਟਰ, ਇਸ ਤੋਂ ਇਲਾਵਾ ਸਟੀਲ ਮਿਨਿਸਟਰੀ ਇਹਨਾਂ ਲਵੇ, ਇਹਨਾਂ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ। ਧਰਮੇਂਦਰ ਪ੍ਰਧਾਨ ਦੁਆਰਾ ਲਾਂਚ ਕੀਤਾ ਗਿਆ। ਠੀਕ ਹੈ ਜੀ। ਇਸ ਨਿਊਜ਼ ਦੇ ਬਾਰੇ ਥੋੜ੍ਹਾ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਪੈਟਰੋਲੀਅਮ ਮਿਨਿਸਟਰ ਧਰਮੇਂਦਰ ਪ੍ਰਧਾਨ, ਮਿਨਿਸਟਰਸ ਆਪਾਂ ਕਾਫੀ ਵਾਰ ਡਿਸਕਸ ਕੀਤੇ ਹੋਏ ਨੇ, ਇਸ ਕਰਕੇ ਨਹੀਂ ਡਿਸਕਸ ਕਰ ਰਹੇ, ਕਿ ਜਿਹੜੀ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਇਨੀਸ਼ੀਏਟਿਵ ਹੈ ਇਸ ਨੂੰ ਲਾਂਚ ਕੀਤਾ ਗਿਆ। ਇਸ ਦੇ ਲਈ 10 ਸਿਟੀਜ਼ ਨੂੰ ਸਿਲੈਕਟ ਕੀਤਾ ਗਿਆ: ਦਿੱਲੀ, ਗੁੜਗਾਉਂ, ਨੋਇਡਾ, ਆਗਰਾ, ਜੈਪੁਰ, ਚੰਡੀਗੜ੍ਹ ਔਰ ਲੁਧਿਆਣਾ। 2 ਪੰਜਾਬ ਦੀ ਸਿਟੀਜ਼ ਦੀ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਔਰ ਲੁਧਿਆਣਾ। ਇਸ ਤੋਂ ਇਲਾਵਾ ਮੁੰਬਈ, ਪੂਨੇ, ਅਹਿਮਦਾਬਾਦ ਦੇ ਵਿੱਚ, ਮੁੰਬਈ,
पुणे और अहमदाबाद ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਜਾਏਗਾ। ठीक है जी। इस तो इलावा इसनू इंपोर्टेंट बनेगा बनाया कित्थे गया, इसनू मैन्युफैक्चर किया गया इंडियन ऑयल कॉरपोरेशन के मथुरा रिफाइनरी दे विच, मथुरा रिफाइनरी जो कि यूपी दे विच है, इत्थे इसनू बनाया गया। ठीक है। और इंडिया यह 7th कंट्री बनी है जिथे इस तरीके का फ्यूल है। 6 कंट्रीज किहड़ियां ने? USA, जर्मनी, ग्रीस, इंडोनेशिया, मलेशिया और इजराइल। USA, जर्मनी, ग्रीस, इंडोनेशिया, मलेशिया और इजराइल। इस तो इलावा इन्वायरमेंट मिनिस्ट्री की गल करते हैं। इन्वायरमेंट मिनिस्ट्री प्रकाश जावेदकर लवे है, इन्हों द्वारा भी अनाउंस किया गया कि 4 वल्चर रेस्क्यू सेंटर बनाए जाएंगे। वल्चर आप कहते हैं गिद्ध होंगे ने जोड़े, उन्होंने रेस्क्यू सेंटर्स बनाए जाएंगे। कित्थे बनाए जाएंगे? पिंजौर हरियाणा, हैदराबाद तेलंगाना, भोपाल MP और रानी असम दे विच। हरियाणा, तेलंगाना, MP और असम दे विच। हरियाणा के पिंजौर दे विच, तेलंगाना कैपिटल हैदराबाद दे विच, MP दे भोपाल दे विच और असम दे रानी डिस्ट्रिक्ट कह सकते हैं या सिटी दे विच। ठीक है जी। नेक्स्ट है हु इज़ द ऑथर ऑफ द बुक, हु इज़ द ऑथर ऑफ द बुक द अवस्थिस ऑफ आम नगरी, द अवस्थिस ऑफ आम नगरी, द अवस्थिस ऑफ आम नगरी। ये बुक लिखी गई है सुभा शर्मा द्वारा। सुभा शर्मा बेसिकली राइटर के नाल IAS भी ने। ठीक है। सुभा शर्मा द्वारा इस बुक को लिखा गया अवस्थिस ऑफ आम नगरी, द अवस्थिस ऑफ आम नगरी। इस तो इलावा बाकी ऑप्शनस की अगर आप गल करते हैं तो बाकी ऑप्शनस के भी काफ़ी इंटरस्टिंग बुक्स ने आप डिस्कस की हुई ने। पहले राजेंद्र धारदा द्वारा माझी बिंत नाम की बुक नू लिखा गया सी, जिसनू रिलीज़ किया गया सी भगत सिंह कोश्यारी द्वारा। भगत सिंह कोश्यारी महाराष्ट्र के गवर्नर द्वारा। राजेंद्र धारदा भी महाराष्ट्र के मिनिस्टर रह चुके हैं महाराष्ट्र दे विच, और इन्हों द्वारा इस बुक नू लिखा गया। ससिंदरन कालीन कील इन्हों द्वारा जी बुक लिखी गई सी रसाथी द अदर साइड ऑफ ट्रांसजेंडर। इस बुक नू लिखा गया सी ससिंदरन कलीन कील द्वारा। जुगल हंसराज की गल करते हैं। जुगल हंसराज इन्हों द्वारा द कॉवर्ड एंड द स्वॉर्ड। विजय लोकापाली ने रिसेंटली जी कृष्णन के नाल मिलके रोहित शर्मा क्रिकेटर की बायोग्राफी लिखी सी। बुक का नाम सी हिटमैन नाम की बुक इन्हों द्वारा लिखी गई सी। नेक्स्ट है हु हैज़ बीन अपॉइंटेड एज एंबेसडर ऑफ प्राइम मिनिस्टर नरेंद्र मोदीज फिट इंडिया कैंपेन। प्राइम मिनिस्टर नरेंद्र मोदी के फिट इंडिया कैंपेन के लिए एंबेसडर किन्हों अपॉइंट किया गया? किन्हों एंबेसडर अपॉइंट किया गया? एंबेसडर अपॉइंट किए गए ने कुलदीप हांडू। इन्हों का नाम वैसे भी न्यूज़ के रहा सी। अगर आप लास्ट 2 मंथ की गल करते हैं अगस्त के इन्होंने एक इंपोर्टेंट अवार्ड दिता गया सी। आप डिस्कस भी किया सी बाद जो अपने अवार्ड डिस्कस किए हैं अपने स्टैटिक पोर्शन के भी आप अवार्ड डिस्कस करते रहे हैं। उन्होंने नाम भी काफ़ी बार इन्होंने आप डिस्कस किया सी। कुलदीप हांडू का नाम डिटेल के डिस्कस करते हैं। बाकी ऑप्शनस भी रीसेंटली न्यूज़ के रहे हैं, इन्हों के बारे भी डिस्कस करते हैं। सब तो पहले कुलदीप हांडू ये पहले द्रोणाचार्य अवार्डी ने जिन्होंने रेगूलर कैटेगरी के वूशू द्रोणाचार्य अवार्ड दिता गया। रेगूलर कैटेगरी के आप डिस्कस किया सी। टोटल 13 परसनस को द्रोणाचार्य अवार्ड दिता गया 2020 के स्पोर्ट्स अवार्ड। ठीक है। इस तो इलावा वूशू कैटेगरी के इन्हों दिता गया वूशू गेम के लिए। और UT जम्मू एंड कश्मीर तो बिलोंग करते हैं। इन्हों एंबेसडर अपॉइंट किया गया प्राइम मिनिस्टर नरेंद्र मोदी के फिट इंडिया कैंपेन के लिए। फिट इंडिया कैंपेन के लिए ही शिल्पा अग्रवाल नू भी अपॉइंट किया गया सी। ठीक है। लास्ट ईयर इन्हों अपॉइंट किया गया सी शिल्पा अग्रवाल नू। इस साल कुलदीप हांडू नू अपॉइंट किया गया। वूशू गेम तो बिलोंग करते हैं, याद रखना। इस तो इलावा परमजीत सिंह एक इंपोर्टेंट अपॉइंटमेंट है। डिफेंस मिनिस्ट्री द्वारा आर्मी के एक पोस्ट क्रिएट की गई है। जिस तरीके CDS पोस्ट क्रिएट की गई सी चीफ ऑफ डिफेंस स्टाफ। ठीक है। जनरल बिपिन रावत को अपॉइंट किया गया पहले चीफ ऑफ डिफेंस स्टाफ। उस तरीके डिफेंस मिनिस्ट्री द्वारा डिप्यूटी चीफ की पोस्ट बनाई गई है डिप्यूटी चीफ ऑफ आर्मी स्टाफ स्ट्रैटेजी के लिए। डिप्यूटी चीफ ऑफ आर्मी स्टाफ स्ट्रैटेजिक प्लैनिंग के लिए।
इस पोस्ट ਨੂੰ ਕ੍ਰੀਏਟ ਕੀਤਾ ਗਿਆ ਔਰ ਪਹਿਲੇ ਪਰਸਨ ਜਿਹੜੇ ਇਹਨਾਂ ਨੂੰ ਇਸ ਪੋਸਟ ਦੇ ਅਪਾਇੰਟ ਕੀਤੇ ਗਏ ਨੇ ਉਹ ਕੌਣ ਨੇ? ਲੈਫਟੀਨੈਂਟ ਜਨਰਲ ਪਰਮਜੀਤ ਸਿੰਘ। ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਨੂੰ ਅਪਾਇੰਟ ਕੀਤਾ ਗਿਆ। ਇसी ਦੇ ਨਾਲ ਇਹ DGMO ਵੀ ਨੇ, ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਵੀ ਨੇ, ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਵੀ ਨੇ। ਇਸ ਤੋਂ ਇਲਾਵਾ ਕੁਝ ਓਬੀਚਰੀਜ਼ ਵੀ ਨੇ ਇੰਪੋਰਟੈਂਟ ਰਹਿਣਗੀਆਂ, ਇਸ ਕਰਕੇ ਡਿਸਕਸ ਕਰ ਰਹੇ ਹਾਂ। ਇਸ ਤੋਂ ਇਲਾਵਾ ਇਹ ਨਿਊਜ਼ ਵੀ ਇੰਪੋਰਟੈਂਟ ਹੈ ਕਿ 15 ਈਅਰ ओल्ड इंडियन अमेरिकन गीतांजलि राव, 15 साल की एक लड़की जो कि इंडियन अमेरिकन है, गीतांजलि राव इन्हों का नाम है। इन्हों ਇਹ टाइम्स मैगजीन जी टाइम्स की मैगजीन है फर्स्ट एवर किड ऑफ द ईयर बने ने। टाइम्स मैगजीन के फर्स्ट एवर किड ऑफ द ईयर बने ने। ठीक है जी। शी मेड काइंडली AI टू डिटेक्ट साइबर बुलिंग। इन्हों इस अवार्ड के नाल क्यों नामित किया गया है? क्योंकि इन्होंने काइंडली नाम की एक AI बनाई सी, आर्टिफिशियल इंटैलीजेंस काइंडली नाम की बनाई सी साइबर बुलिंग नू डिटेक्ट करने के लिए, साइबर बुलिंग नू डिटेक्ट करने के लिए। नैक्सट है 4 ओबीचरीज ने, चारों इंपोर्टेंट रहनियां, डिस्कस करते हैं। सब तो पहले जफरुल्ला खान जमाली। जफरुल्ला खान जमाली फॉर्मर प्राइम मिनिस्टर ने पाकिस्तान के फॉर्मर प्राइम मिनिस्टर सीगे, इन्हां दी रिसेंटली डेथ हो गई है। इस तो इलावा डॉक्टर एस रामाकृष्णन इसरो के साइंटिस्ट सीगे और फॉर्मर डायरैक्टर सीगे विक्रम साराभाई स्पेस सेंटर के। इसरो के साइंटिस्ट सीगे और डायरैक्टर रह चुके सी विक्रम साराभाई स्पेस सेंटर के डॉक्टर एस राधाकृष्णन। इन्हां दी भी रिसेंटली डॉक्टर एस रामाकृष्णन इन्हां दी भी रिसेंटली डेथ हो गई है। इस तो इलावा महाशय धर्मपाल गुलाटी MDH मसालियां की अगर आप गल करते हैं, इन्हां दे फाउंडर MDH मसाले फाउंडर सीगे, ऑनर सीगे महाशय धर्मपाल गुलाटी। बेसिकली अगर फाउंडर की गल करते हैं तो इन्हां दे फादर सीगे इस दे फाउंडर। तो यह पाकिस्तान तो बिलोंग करते सी। पाकिस्तान तो बाद इंडिया दे विच आ गए सी। इंडिया दे पार्टीशन तो बाद दिल्ली दे विच इन्हां ने एक छोटी सी दुकान खोली सी और उस तो बाद उस दुकान तो एक एडा बड़ा बिजनेस स्थापित करना MDH मसाले का काफ़ी कह सकते हैं कि इंटरस्टिंग परसनैलिटी सीगे महाशय धर्मपाल गुलाटी। इन्हां दी जिहड़ी फर्म है महाशय दी हट्टी, MDH शॉर्ट फॉर्म दे विच MDH कहे जांदे, महाशय दी हट्टी। इन्हां दा नाम इंपोर्टेंट बनेगा। इन्हां नूं पद्म भूषण बिल्कुल रिसेंटली दिता गया, 3rd हाईएस्ट सिविलियन ऑनर 2019 दे विच ही दिता गया। इस तो इलावा फ्रैंक कारने को फाउंडर ऑफ पिज़्ज़ा हट के को फाउंडर सीगे फ्रैंक कारने। इन्हां दी भी रिसेंटली डेथ हो गई। नेक्स्ट है हु विल हैल्प चेन्नई बेस्ड अग्निकूल कॉस्मोस। चेन्नई बेस्ड अग्निकूल कॉस्मोस की अगर आप गल करते हैं तो इसनूं बनान यह जी ऑर्गेनाइजेशन है, एक प्राइवेट फर्म है, इसनूं हैल्प करेगा स्मॉल रॉकेट्स बनाने के लिए। स्मॉल रॉकेट्स बनाने के लिए किहड़ी हैल्प करेगी? इसरो हैल्प करेगी, इंडियन स्पेस रिसर्च ऑर्गेनाइजेशन, इंडिया की स्पेस एजेंसी इन्हां दी हैल्प करेगी। ठीक है जी। अच्छा, इसरो की ही गल करते हैं तो के सिवान का नाम याद रखना है। के सिवान डायरैक्टर ने इसरो के। इस तो इलावा इन्हों रिसेंटली वॉन करमन अवार्ड के नाल नामित किया गया। इसरो के हैड ने करनाटका बेंगलुरु के विच हैडक्वार्टर है इसरो का। और इसरो की गल करते हैं 15 अगस्त 1969 के विच इसनूं बनाया गया सी। 1969 के विच बनाया गया सी। DRDO के बारे हमेशा याद रखना है। G सतीश रेड्डी इसके हैड ने। इस तो इलावा न्यू दिल्ली के विच हैडक्वार्टर है। 1 जनवरी 1958 नूं इसनूं बनाया गया सी। दिहार DRDO की एक सबसिडरी है। दिहार डिफेंस इंस्टीट्यूट ऑफ हाई एल्टीट्यूड रिसर्च, लेह दे विच बनाई गई है। डिफेंस इंस्टीट्यूट ऑफ हाई एल्टीट्यूड रिसर्च। अगर आप गल करते हैं वर्ल्ड की सब तो ज़्यादा उच्ची जी डिफेंस मैन्युफैक्चरिंग कंपनी है किहड़ी है? दिहार है। हिंदुस्तान एरोनॉटिक्स लिमिटेड इसकी फुल फॉर्म इंपोर्टेंट बनेगी, हिंदुस्तान एरोनॉटिक्स लिमिटेड। नेक्स्ट है हु हैज़ टॉप द कोटक वेल्थ रून लिस्ट। कोटक वेल्थ रून लिस्ट ऑफ इंडियाज वेल्दीएस्ट वूमेन। इंडिया की अगर आप गल करते हैं तो इंडिया के सब तो अमीर औरतों की अगर गल करते हैं या गल करते हैं कि बिजनेसिस की कि जोड़े बिजनेस ने इंडिया के वूमेन ऑन्ड बिजनेस ने जोड़े उन्होंने टॉप किया गया इंडिया की सब तो ज़्यादा अमीर औरत कौन रहे ने? रोशनी नादर मल्होत्रा। रोशनी नादर मल्होत्रा।
रोशनी नादर मल्होत्रा बारे डिटेल दे भी डिस्कस करते हैं। इस तो इलावा सैकेंड और थर्ड प्लेस के नाम इंपोर्टेंट बनने वो भी डिस्कस करते हैं। इन्होंने तीनों के बारे डिस्कस करांगे। पहले प्रियंका राधा कृष्णन की अगर आप गल करिए, इन्हों का नाम आप डिस्कस किया हुआ न्यूजीलैंड के न्यूजीलैंड के मिनिस्टर बने सी, न्यूजीलैंड के कैबिनेट मिनिस्टर बने सी प्रियंका राधा कृष्णन। संगीता रेड्डी की गल करते हैं, इंडिया के फीकी के हैड ने ये, फीकी के हैड कौन ने? संगीता रेड्डी। डिस्कस करते हैं कि HCL टैक्नोलॉजी के चेयरपर्सन ने रोशनी नादर मल्होत्रा कौन ने? HCL टैक्नोलॉजीज़ के चेयरपर्सन ने। इन्होंने टॉप किया वेल्दीएस्ट वूमेन के नाम से 54,850 करोड़ की वैल्थ है इन्हों की। हालांकि अमाउंट इंपोर्टेंट नहीं बनेगी, डायरैक्ट याद रखांगे रोशनी नादर मल्होत्रा। इस तो इलावा बाइकन के किरण मजूमदार शो, बाइकॉन कंपनी के किरण मजूमदार शो ने जोड़े इन्होंने सैकेंड प्लेस पर रहे हैं 36,600 करोड़ के नाल। इस तो इलावा लीला गांधी तिवारी, लीला गांधी तिवारी ये फार्मासूटिकल फर्म USV के हैड ने। USV फार्मासूटिकल फर्म है, एक मैडिसिन कंपनी है। लीला गांधी तिवारी इसके हैड ने और तीसरे नंबर पर यह रहे हैं 21,340 करोड़ के नाल। नैक्सट है पंजाब लैंग्वेज डिपार्टमेंट, पंजाब के लैंग्वेज डिपार्टमेंट द्वारा साहित्य रत्न अवार्ड नामित किए गए हैं। साहित्य रत्न अवार्ड्स नामित किए गए हैं। बेसिकली तकरीबन 6 साल के अवार्ड्स इकट्ठे दिते गए हैं 2015, 16, 17, 18, 19 और 20। ठीक है, काफ़ी ज़्यादा नाम ने। अगर आप गल करते हैं तो अपने लिए कुछ नाम आप डिस्कस करेंगे जो कि इंपोर्टेंट रहेंगे। फॉर एग्जाम्पल पंजाबी साहित्य रत्न अवार्ड, पंजाबी साहित्य रत्न अवार्ड है जोड़ा ये सब तो मेन अवार्ड है, ये अपने इंपोर्टेंट रहेंगे 6 सालों के। ठीक है, इस तो इलावा बाकी जोड़े अवार्ड कैटेगरीज ने उन्होंने सिर्फ 2020 के आप डिस्कस करेंगे। हौली हौली आप इन्होंने ऑप्शन के वाइज याद करते चलांगे तो आपू याद हो जाएंगे। सब तो पहले जोड़ा यह अवार्ड दिता गया डॉक्टर बलजिंदर सिंह हमदर्द, डॉक्टर बलजिंदर सिंह हमदर्द, डॉक्टर बलजिंदर सिंह हमदर्द नूं 2020 के लिए नामित किया गया। ठीक है जी। इस तो इलावा अगर आप गल करते हैं बाकी ऑप्शनस बारे डिस्कस कर लें डिटेल दे विच, तो डॉक्टर बलजिंदर सिंह हमदर्द 2020 के लिए, ओम प्रकाश गाशो, ओम प्रकाश गाशो 2015 के लिए, गुरजरन भुल्लर, गुरजरन भुल्लर 2016 के लिए, गुलजार सिंह संधू 2017 के लिए, फकर जमन 2018 के लिए, डॉक्टर तेजवंत मान 2019 के लिए और 2020 आप डिस्कस कर लिया बलजिंदर सिंह हमदर्द। ठीक है, नाम काफ़ी ने, ज़्यादा ने, इस करके थोड़ा परेशान नहीं होना, हौली हौली आप इन्हों डिस्कस करते चलांगे। इस तो इलावा डॉक्टर मनमोहन नूं शिरोमणी पंजाबी साहित्यकार अवार्ड 2020, शिरोमणी पंजाबी साहित्यकार अवार्ड 2020 डॉक्टर मनमोहन नूं, डॉक्टर कृति केसर नूं शिरोमणी हिंदी साहित्यकार अवार्ड, रहमान अख्तर नूं शिरोमणी उर्दू साहित्यकार अवार्ड और डॉक्टर शरण कौर नूं शिरोमणी संस्कृत साहित्यकार अवार्ड 2020 दिते गए हैं। ठीक है जी। बेसिकली ये चारों पंजों कैटेगरीज के 6 परसनस नामित किया गया है। ठीक है, यानी कि 24 परसनस हो गए टोटल। अपने लिए सारे इंपोर्टेंट नहीं बनने, अपने लिए 2020 के इंपोर्टेंट बनने। इसी के नाल जो फर्स्ट कैटेगरी अपनी पंजाबी साहित्य रत्न अवार्ड, पंजाबी साहित्य रत्न अवार्ड, इसके अपने सारे अवार्ड इंपोर्टेंट बनने। ज़्यादातर अगर आप गल करते हैं 18, 19 और 20 काफ़ी ज़्यादा इंपोर्टेंट बनने। नैक्सट है नैंगपोक, नैंगपोक सैकमाई पुलिस स्टेशन, नैंगपोक सैकमाई पुलिस स्टेशन नूं बेस्ट परफॉर्मिंग पुलिस स्टेशन नामित किया गया। इट इज़ लोकेटेड इन विच स्टेट, ये किहड़ी स्टेट दे विच लोकेटेड है? ये मणिपुर दे विच लोकेटेड है। नैंगपोक सैकमाई पुलिस स्टेशन। ठीक है, इस तो इलावा सैकेंड और थर्ड नंबर पर जोड़े रहे ने वह भी इंपोर्टेंट बन गए। अगर आप गल करते हैं सैकेंड नंबर पर तमिलनाडु का पुलिस स्टेशन रहा है, थर्ड नंबर पर अरुणाचल प्रदेश, फोर्थ नंबर पर छत्तीसगढ़ का और फिफ्थ नंबर पर गोवा का पुलिस स्टेशन रहा। ठीक है, डिटेल दे विच इन्हां दे बारे डिस्कस कर लेने आ। सब तो पहले नैंगपोक सैकमाई पुलिस स्टेशन है जोड़ा ये मणिपुर के थौबल डिस्ट्रिक्ट दे विच है, ये बेस्ट परफॉर्मिंग पुलिस स्टेशन रहा। दूसरे नंबर पर गल करते हैं AWPS सुरमंगलम, AWPS सुरमंगलम पुलिस स्टेशन है सलेम सिटी तमिलनाडु दे विच है। AWPS सुरमंगलम पुलिस स्टेशन सलेम सिटी तमिलनाडु दे विच। खारसांग पुलिस स्टेशन है चैंगलांग डिस्ट्रिक्ट ऑफ अरुणाचल प्रदेश,
ये तीसरे नंबर पर रहा। खारसंग पुलिस स्टेशन इन चैंगलैंग अरुणाचल प्रदेश तीसरे नंबर पर। नेक्स्ट है हु हैज़ बिकम द फर्स्ट वूमेन टू रेफरी अ मेन्स चैंपियन लीग गेम। मेन्स चैंपियन लीग गेम नू कह सकते हैं रैफरी करने वाली फर्स्ट वूमेन किहड़े बने ने। इत्थे फुटबॉल लिखना रह गया। फुटबॉल के फील्ड के मेन्स चैंपियन लीग गेम है जी फुटबॉल की, इस दे विच फर्स्ट वूमेन रैफरी किहड़े बने ने? स्टीफेन फ्रेपट। स्टीफेन फ्रेपट बेसिकली अगर इन्हां दी गल करते हैं, ये बिलोंग करते हैं फ्रांस तो, ठीक है, फ्रांस तो बिलोंग करते हैं। इन्हां दे नाम काफ़ी ज़्यादा रिकॉर्ड्स ने। अगर आप इन्हां दी गल करते हैं तो इन्होंने काफ़ी ज़्यादा रिकॉर्ड्स बनाए ने काफ़ी फील्ड दे विच। ये फर्स्ट वूमेन ने, ठीक है, और हुण ये फर्स्ट वूमेन रैफरी बने ने मेन्स चैंपियन लीग गेम नू रैफर करने वाले, ठीक है जी। नेक्स्ट है इंडिया हैज़ साइंड अ MOU। इंडिया द्वारा एक MOU साइन किया गया इंटलैक्चुअल प्रॉपर्टी कॉरपोरेशन के लिए। इंटलैक्चुअल प्रॉपर्टी कॉरपोरेशन के लिए MOU साइन किया गया इंडिया द्वारा। किस कंट्री के नाल इस MOU नू साइन किया गया? इस MOU नू साइन किया गया USA के नाल। USA की गल करते हैं, अमेरिका के नाल MOU साइन किया गया इंटलैक्चुअल प्रॉपर्टी कॉरपोरेशन के लिए, ठीक है जी। हुण एक क्वेश्चन है कि इंटलैक्चुअल प्रॉपर्टी ऑर्गेनाइजेशन है, इसी तरीके नाल इंटलैक्चुअल प्रॉपर्टी ऑर्गेनाइजेशन भी है। इसका हैडकुआटर कित्थे है? इसका हैडकुआटर किहड़ी कंट्री और किहड़ी सिटी दे विच है? कमेंट बॉक्स के दसना। इस तो इलावा अगर आप गल करते हैं इंटलैक्चुअल प्रॉपर्टी इंडैक्स दे विच इंडिया की रैंकिंग कितनी रही सी? इंटलैक्चुअल प्रॉपर्टी इंडैक्स दे विच इंडिया की रैंकिंग कितनी रही सी? इन्हां दो क्वेश्चन के आंसर देने ने कमेंट बॉक्स के विच। बाकी ऑप्शन रिलेटेड न्यूज़ ने डिस्कस करांगे। इस तो इलावा जिम्बाबे के बारे न्यूज़ नहीं है। जिम्बाबे की कैपिटल करंसी इत्थे डिस्कस कर लैंदे आ। कैपिटल जिम्बाबे की हरारे है, करंसी इत्थे डॉलर चलती है। जिम्बाबे कैपिटल हरारे है, करंसी डॉलर चलती। सर्बिया, सर्बिया की अगर आप गल करते हैं तो सर्बिया के विच वर्ल्ड कप ऑर्गेनाइज किया जा रहा है रैसलिंग का। सीनियर इंडिविजुअल वर्ल्ड कप, सीनियर इंडिविजुअल रैसलिंग वर्ल्ड कप है जिहड़ा ये 12 तो लैके 18 दिसंबर के विच सर्बिया बेलग्रेड होस्ट कर रहा है। सर्बिया बेलग्रेड होस्ट कर रहा है। इंडिया वालों तकरीबन 42 तो 46% जा रहे हैं, ठीक है, जिन्हों के 24 रैसलर्स जा रहे हैं, ठीक है। बेसिक उस कोचिज वगैरह भी होंगे ने या होर काफ़ी स्टाफ होंगे। तो 24 रैसलर्स इंडिया वालों इस इवेंट के पार्टिसिपेट कर रहे हैं, जा रहे हैं बेलग्रेड सर्बिया, ठीक है। जिन्होंने कुछ इंपोर्टेंट नामों की अगर आप गल करते हैं रवि कुमार, दीपक पुनिया, साक्षी मलिक, ये भी जा रहे हैं। इस तो इलावा अगर कुछ होर इंपोर्टेंट नामों की गल करते हैं तो रैसलिंग के ही दिव्या काक्रम और राहुल अवारे, दिव्या काक्रम और राहुल अवारे भी इस इवेंट के पार्टिसिपेट करेंगे, ठीक है। ये दो नाम क्यों मैंने ज़्यादा इंपोर्टेंट कहे ने, दिव्या काक्रम और राहुल अवारे, क्योंकि दोनों को रीसेंटली अर्जुन अवार्ड दिता गया सी, ठीक है, याद रखना रैसलिंग के फील्ड के। इस तो इलावा सूरीनामे के नाल इंडिया की 7th जॉइंट कमीशन मीटिंग ऑर्गेनाइज की गई। अच्छा, सर्बिया की गल करते हैं, सर्बिया कैपिटल बेलग्रेड है, सर्बिया कैपिटल बेलग्रेड है, करंसी इत्थे दिनार चलती है। और सूरीनामे की गल करते हैं, सूरीनामे कैपिटल परामारिबो है, करंसी इत्थे डॉलर चलती है। सूरीनामे बेसिकली साउथ अमेरिका की काफ़ी छोटी सिटी है, ठीक है। इस दे नाल मीटिंग ऑर्गेनाइज की गई सी इंडिया वालों मिनिस्टर ऑफ स्टेट फॉर एक्सटर्नल अफेयर्स वी मुरलीधरन द्वारा, मिनिस्टर ऑफ स्टेट फॉर एक्सटर्नल अफेयर्स वी मुरलीधरन द्वारा पार्टिसिपेट किया गया, ठीक है जी। अच्छा, सूरीनामे वही कंट्री है जिसके प्राइम मिनिस्टर ने चंद्रिका प्रसाद जिहड़े कि फर्स्ट परसन बने सी वर्ल्ड के जिन्होंने संस्कृत दे विच फर्स्ट इंडियन कह सकते हैं जिन्होंने संस्कृत दे विच शपथ ली सी आउट ऑफ कंट्री, इंडिया तो बाहर संस्कृत दे विच कह सकते हैं ओथ लेने वाले, शपथ लेने वाले फर्स्ट परसन बने सी। दूसरे रिसेंटली न्यूज़ के रहे सी, दूसरे किन्होंने लीती सी? डॉक्टर गौरव ने, डॉक्टर गौरव न्यूजीलैंड के विच एज ए मिनिस्टर शपथ ली सी उन्होंने। नेक्स्ट है विच स्टेट चीफ मिनिस्टर हैज़ लेड द फाउंडेशन स्टोन ऑफ 11.5 मेगावाट पावर प्लांट बेस्ड ऑन म्यूनिसिपल वेस्ट इन बिलादी। बिलादी की गल करते हैं, बिलादी सिटी के विच म्यूनिसिपल वेस्ट टू एनर्जी प्लांट कह सकते हैं कि म्यूनिसिपल वेस्ट तो एनर्जी बनाने के लिए एक मेगावाट 11.5 मेगावाट का पावर प्लांट लगाया जा रहा है, कित्थे?
ਕਰਨਾਟਕਾ ਦੇ ਵਿੱਚ। ਕਰਨਾਟਕਾ ਦੇ ਚੀਫ ਮਿਨਿਸਟਰ BS ਯਾਦੂਰੱਪਾ ਦੁਆਰਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ। ਠੀਕ ਹੈ ਜੀ। ਬਿਲਾਦੀ ਸਿਟੀ ਬੇਸਿਕਲੀ ਬੈਂਗਲੁਰੂ ਦੇ ਬਿਲਕੁਲ ਕਹਿ ਸਕਦੇ ਹਾਂ ਬੈਂਗਲੁਰੂ ਦਾ ਹੀ ਹਿੱਸਾ ਹੈ, ਤਾਂ ਬਿਦਾਦੀ ਬੈਂਗਲੁਰੂ ਦੇ ਵਿੱਚ ਇਸ ਨੂੰ ਫਾਊਂਡੇਸ਼ਨ ਸਟੋਨ ਰੱਖਿਆ ਗਿਆ। ਠੀਕ ਹੈ ਜੀ। ਅੱਛਾ, ਇਹ ਕਦੋਂ ਤੱਕ ਬਣ ਕੇ ਤਿਆਰ ਹੋ ਜਾਏਗਾ? 2022 ਤੱਕ ਬਣ ਕੇ ਤਿਆਰ ਹੋ ਜਾਏਗਾ। ਇਸ ਤੋਂ ਇਲਾਵਾ ਬਾਕੀ ਸਟੇਟ ਦੇ ਰਿਲੇਟਡ ਨਿਊਜ਼ ਨੇ, ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਉੜੀਸਾ ਗਵਰਨਮੈਂਟ ਦੁਆਰਾ ਯੂਨੀਫਾਈਡ ਐਮਰਜੈਂਸੀ ਨੰਬਰ ਸ਼ੁਰੂ ਕੀਤਾ ਗਿਆ 112 ਨੰਬਰ ਨੂੰ ਅਪਰੂਵਲ ਦੇ ਦਿੱਤੀ ਗਈ ਹੈ। ਬੇਸਿਕਲੀ ਇਸ ਦੇ ਅੰਡਰ ਪੁਲਿਸ ਅਸਿਸਟੈਂਸ, ਹੈਲਥ ਅਸਿਸਟੈਂਸ ਔਰ ਐਮਰਜੈਂਸੀ ਅਸਿਸਟੈਂਸ ਤਿੰਨੋਂ ਹੀ ਜੁਆਇਨ ਕਰ ਦਿੱਤੀਆਂ ਗਈਆਂ ਨੇ। ਠੀਕ ਹੈ ਜੀ। ਜਿਸ ਤਰੀਕੇ ਨਾਲ ਅਗਰ ਆਪਾਂ ਬਾਕੀ ਫੋਰਨ ਕੰਟਰੀਜ਼ ਦੀ ਗੱਲ ਕਰਦੇ ਹਾਂ, ਤੁਸੀਂ ਦੇਖਿਆ ਹੋਵੇਗਾ ਕੋਈ ਮੂਵੀ ਵਗੈਰਾ ਦੇ ਵਿੱਚ ਕਿ 911 ਡਾਇਲ ਕਰਦੇ ਨੇ, ਉਹ ਕਿਸੇ ਵੀ ਤਰੀਕੇ ਦੀ ਐਮਰਜੈਂਸੀ ਦੇ ਲਈ 911 ਡਾਇਲ ਕਰਦੇ ਨੇ। ਉਸੇ ਤਰੀਕੇ ਨਾਲ 112 ਸ਼ੁਰੂ ਕੀਤਾ ਗਿਆ ਉੜੀਸਾ ਦੇ ਵਿੱਚ। ਮਿਜ਼ੋਰਮ ਦੁਆਰਾ ਲਵ ਬ੍ਰਿਗੇਡ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ, ਕੈਂਪੇਨ ਸ਼ੁਰੂ ਕੀਤਾ ਗਿਆ HIV ਏਡਸ ਨੂੰ ਰੋਕਣ ਦੇ ਲਈ। ਲਵ ਬ੍ਰਿਗੇਡ ਨਾਮ ਦਾ ਕੈਂਪੇਨ ਕਿਹੜੀ ਸਟੇਟ ਨੇ ਸ਼ੁਰੂ ਕੀਤਾ ਹੈ? ਮਿਜ਼ੋਰਮ ਨੇ ਸ਼ੁਰੂ ਕੀਤਾ ਹੈ। ਬਿਹਾਰ ਗਵਰਨਮੈਂਟ ਦੀ ਗੱਲ ਕਰਦੇ ਹਾਂ, ਅਨਾਊਂਸ ਕੀਤਾ ਗਿਆ ਮਾਈਗ੍ਰੇਟਰੀ ਬਰਡ ਫੈਸਟੀਵਲ ਆਰਗੇਨਾਈਜ਼ ਕਰੇਗੀ। ਬਿਹਾਰ ਗਵਰਨਮੈਂਟ ਮਾਈਗ੍ਰੇਟਰੀ ਬਰਡ ਫੈਸਟੀਵਲ ਆਰਗੇਨਾਈਜ਼ ਕਰ ਰਹੀ ਹੈ। ਕਿੱਥੇ? ਵਿਕਰਮਸ਼ਿਲਾ ਡੋਲਫਿਨ ਸੈਂਚੁਰੀ ਬਗਲਪੁਰ ਬਿਹਾਰ ਦੇ ਵਿੱਚ। ਬਗਲਪੁਰ ਬਿਹਾਰ ਦੀ ਵਿਕਰਮਸ਼ਿਲਾ ਡੋਲਫਿਨ ਸੈਂਚੁਰੀ ਦੇ ਵਿੱਚ ਮਾਈਗ੍ਰੇਟਰੀ ਬਰਡ ਫੈਸਟੀਵਲ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਠੀਕ ਹੈ। ਤਾਂ ਉਹਨੇ ਕੁਐਸਚਨ ਕਈ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਬਗਲਪੁਰ ਡਿਸਟ੍ਰਿਕਟ ਕਿਉਂ ਇੰਪੋਰਟੈਂਟ ਹੈ। ਬੇਸਿਕਲੀ ਅਗਰ ਆਪਾਂ ਗੱਲ ਕਰਦੇ ਹਾਂ, ਬਗਲਪੁਰ ਬਿਹਾਰ ਦੇ ਵਿੱਚ ਟਰਟਲ ਰੀਹੈਬਿਲਿਟੇਸ਼ਨ ਸੈਂਟਰ ਵੀ ਲਗਾਇਆ ਜਾ ਰਿਹਾ ਹੈ। ਠੀਕ ਹੈ। ਵਿਕਰਮਸ਼ਿਲਾ ਡੋਲਫਿਨ ਸੈਂਚੁਰੀ ਕਿਹੜੀ ਸਟੇਟ ਦੇ ਵਿੱਚ ਹੈ? ਤੇ ਇਹ ਵੀ ਬਿਹਾਰ ਦੇ ਵਿੱਚ ਹੈ। ਮਾਈਗ੍ਰੇਟਰੀ ਬਰਡ ਫੈਸਟੀਵਲ ਕਿਹੜੀ ਸਟੇਟ ਹੋਸਟ ਕਰਨ ਜਾ ਰਹੀ ਹੈ? ਬਿਹਾਰ ਆਰਗੇਨਾਈਜ਼ ਕਰਨ ਜਾ ਰਹੀ ਹੈ। ਠੀਕ ਹੈ ਜੀ। ਅੱਛਾ, ਇਹ ਕੁਐਸਚਨ ਹੈ ਬਰਡਸ ਦੇ ਰਿਲੇਟਡ ਹੀ ਇੱਕ ਫੈਸਟੀਵਲ ਹੋਰ ਆਰਗੇਨਾਈਜ਼ ਕੀਤਾ ਜਾ ਰਿਹਾ ਯੂਪੀ ਦੁਆਰਾ ਅਨਾਊਂਸ ਕੀਤਾ ਗਿਆ ਸੀ, ਆਰਗੇਨਾਈਜ਼ ਕੀਤਾ ਜਾਏਗਾ। ਉਹ ਕਮੈਂਟ ਬਾਕਸ ਦੇ ਵਿੱਚ ਦੱਸਣੇ। ਠੀਕ ਹੈ ਜੀ। ਰਾਮਗੜਤਲ ਲੇਕ ਸੀ ਆਈ ਥਿੰਕ ਕੋਈ, ਜਿੱਥੇ ਆਰਗੇਨਾਈਜ਼ ਕੀਤਾ ਜਾਏਗਾ। ਰਾਮਗੜਤਲ ਲੇਕ ਕਾਫੀ ਕੁਝ ਦਿਨ ਪਹਿਲਾਂ ਹੀ ਆਪਾਂ ਡਿਸਕਸ ਕੀਤਾ ਸੀ। ਇਸ ਤੋਂ ਇਲਾਵਾ 8th ਨਾਰਥ ਈਸਟ ਫੈਸਟੀਵਲ ਵੀ ਆਰਗੇਨਾਈਜ਼ ਕੀਤਾ ਜਾਏਗਾ ਗੁਹਾਟੀ ਅਸਮ ਦੇ ਵਿੱਚ। ਨਾਰਥ ਈਸਟ ਫੈਸਟੀਵਲ ਦਾ 8ਵਾਂ ਐਡੀਸ਼ਨ ਗੁਹਾਟੀ ਅਸਮ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ। ਅੱਜ ਦੇ ਲਈ ਬਸ ਇੰਨਾ ਹੀ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ। ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ ਫॉर ਵਾਚਿੰਗ ਦ ਸੈਸ਼ਨ। ਗੁੱਡ ਬਾਏ।